ਕਿਉਂਕਿ ਮੌਰਗੇਜ ਦੇ ਵਿੱਚ ਨਿਤਨ ਭਾਜੀ ਚੱਕ ਲੋ ਧਰ ਲੋ ਵਾਲਾ ਕੋਈ ਕੰਮ ਨਹੀਂ ਹੁੰਦਾ। ਜਿਹੜੇ ਬੋਰੋਵਰਸ ਹੈ ਜਿਨ੍ਹਾਂ ਨੇ ਮੌਰਗੇਜ ਲਿੱਤੀ ਹੋਈ ਹੈ ਜਾਂ ਲੈ ਰਹੇ ਹੈ ਹੁਣ ਉਹਨਾਂ ਦੇ ਸਾਹਮਣੇ ਅੱਜ ਦੀ ਮਾਰਕੀਟ ਸਿਨੈਰੀਓ ਦੇ ਹਿਸਾਬ ਨਾਲ ਕਿਹੜੇ ਚੈਲੰਜਸ ਤੁਹਾਡੇ ਸਾਹਮਣੇ ਆ ਰਹੇ ਹਨ? CIDL. C is credit, I is income, D is down payment, L is location. ਸੋ ਇਸ ਟਾਈਮ ਤੁਸੀਂ ਸਾਨੂੰ ਆ ਦੱਸੋ ਕਿ ਕਿਸੇ ਨੇ ਮੌਰਗੇਜ ਰਿਨਿਊ ਕਰਾਣੀ ਹੈ ਤਾਂ ਬੈਸਟ ਆਪਸ਼ਨ ਕੀ ਹੈ ਕਿ ਫਿਕਸਡ ਕਰਨ, ਵੇਰੀਏਬਲ ਕਰਨ ਕਿ ਕੀ ਕਰਨ? ਕਿ ਜਦੋਂ ਵੀ ਤੁਸੀਂ ਕੋਈ ਵੀ ਫਾਈਨੈਂਸ਼ੀਅਲ ਥਿੰਗਸ ਦੇ ਵਿੱਚ ਡਿਸੀਜਨ ਬਣਾਉਣਾ ਸਪੈਸ਼ਲੀ ਇਨ ਰੀਅਲ ਸਟੇਟ ਸੈਟ ਵਿਦ ਦ ਮੌਰਗੇਜ ਪਰਸਨ ਫਸਟ। ਪਾਕਟ ਦੇ ਵਿੱਚੋਂ ਹੀ ਰੀਫਾਈਨੈਂਸ ਹੋਣਾ, ਤੁਸੀਂ ਰੀਫਾਈਨੈਂਸ ਕਰਾ ਕੇ ਅੱਗੇ ਮੌਰਗੇਜ ਕਰਾ ਲੈਂਦੇ ਹੋ ਰਾਈਟ, ਤੇ ਦੋਨੇ ਪਾਸੇ ਤੁਸੀਂ ਆਪਣੇ ਆਪ ਨੂੰ ਹਾਈ ਲੈਵਰੇਜ ਕਰ ਲਿਆ ਤੇ ਫਿਰ ਉਦੋਂ ਹੋਣਾ ਕੀ ਆ ਜੀ, ਫਿਰ ਉਦੋਂ ਜਾਂ ਤਾਂ ਤੁਸੀਂ ਟੈਨਟ ਦੇ ਗਲੇ ਘੁੱਟਨੇ ਆ ਜੀ, ਕਿਉਂਕਿ ਫਿਰ ਕਹਿੰਦੇ ਟੈਨਟ ਮਾੜੇ ਆ ਜੀ। ਇੱਥੇ ਤਾਂ ਭਾਜੀ 20% ਵਾਲੇ ਨਹੀਂ ਕੁਆਲੀਫਾਈ ਕਰ ਰਹੇ ਹੈਗੇ, 10% ਨੇ ਕਿੱਥੇ ਕਰਨਾ ਕੁਆਲੀਫਾਈ। ਕੀ ਕਾਲ ਕਰਦੇ ਅੱਛਾ ਜੀ ਇੰਟਰਸਟ ਰੇਟ ਕੀ ਦੋਗੇ, ਅੱਛਾ ਜੀ ਤੁਸੀਂ ਫੀਸ ਕੀ ਚਾਰਜ ਕਰੋਗੇ। ਮੈਂ ਉਹਨੂੰ ਇਹ ਕਹਿੰਦੀ ਹੁੰਦੀ ਹਾਂ ਵੀ ਤੁਹਾਡਾ ਇਹ ਕੁਐਸਚਨ ਟੂ ਰੀਚ ਆਊਟ ਟੂ ਐਜ਼ ਅ ਮੌਰਗੇਜ ਪਰਸਨ ਬਹੁਤ ਗਲਤ ਆ। ਘਰ ਬਾਈ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਕਿੱਥੋਂ ਸਟਾਰਟ ਹੋਣਾ ਚਾਹੀਦਾ ਜੀ, ਉਹ ਤੁਹਾਡਾ ਸਟਾਰਟ ਹੋਣਾ ਚਾਹੀਦਾ ਟੂ ਸੈਟ ਵਿਦ ਅ ਮੌਰਗੇਜ ਪਰਸਨ। ਸਿਨੈਰੀਓ ਮੌਰਗੇਜ ਦਾ ਬੜਾ ਬ੍ਰਾਈਟ ਨਹੀਂ ਹੈਗਾ। ਜਿਹੜਾ ਮੇਜਰ ਕੁਐਸਚਨ ਆ ਰਿਹਾ ਜੀ ਉਹ ਇਸ ਟਾਈਮ ਆ ਰਿਹਾ ਰਿਨਿਊਵਲਸ ਦਾ। ਹੁਣ ਉਹ ਮੌਰਗੇਜ ਦੀ ਪੇਮੈਂਟ ਇੰਟਰਸਟ ਕਰਕੇ ਵੇਰੀਏਬਲ ਕਰਕੇ ਉੱਪਰ ਵੱਧ ਗਈ ਜਾਂ ਕਿਉਂਕਿ ਦੋ ਤਰ੍ਹਾਂ ਦੇ ਵੇਰੀਏਬਲਸ ਹੁੰਦੇ ਆ ਜੀ, ਐਡਜਸਟੇਬਲ ਵੇਰੀਏਬਲ ਐਂਡ ਸਟੈਟਿਕ ਵੇਰੀਏਬਲ। ਜਿਹੜੀ ਦੀ ਅਮਾਊਂਟਾਈਜੇਸ਼ਨ ਆ ਉਹ ਵੱਧ ਗਈ, 30 ਤੋਂ ਕਿਸੇ ਦੀ 60 ਵੀ ਹੋ ਗਈ, ਕਿਸੇ ਦੀ 90 ਸਾਲ ਵੀ ਹੋ ਗਈ, ਤੇ ਉਹ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਜੰਪ ਕਰਦੇ ਆ ਤਾਂ ਫਿਰ ਕੀ ਹੁੰਦਾ ਜੀ, ਫਿਰ ਤੁਹਾਨੂੰ ਸੋਲੂਸ਼ਨ ਪਿਕ ਕਰਨੇ ਪੈਂਦੇ ਆ ਤੇ ਫਿਰ ਆਪਾਂ ਕਹਿੰਦੇ ਆ ਨਹੀਂ ਜੀ ਰਿਆਲਟਰ ਮਾੜਾ ਸੀ, ਨਹੀਂ ਜੀ ਮੌਰਗੇਜ ਪਰਸਨ ਮਾੜਾ ਸੀ। ਜਾਂ ਬੈਂਕ ਦੇ ਕੰਟਰੈਕਟ ਇਜ਼ ਅ ਵੈਰੀ ਲੈਂਥੀ ਕੰਟਰੈਕਟ ਤੇ ਉਹ ਕਦੇ ਵੀ ਪੜ੍ਹੇ ਨਹੀਂ ਜਾਂਦੇ ਜਾਂ ਪੜ੍ਹਾਏ ਨਹੀਂ ਜਾਂਦੇ। ਮਾਈ ਓਪੀਨੀਅਨ ਫਰਮ ਮਾਈ ਸਾਈਡ ਉਹ ਇਹ ਆ ਕਿ ਇਟਸ ਅ ਰਾਈਟ ਟਾਈਮ ਟੂ ਬਾਈ। ਸਵਾਗਤ ਹੈ। ਅਸੀਂ ਅੱਜ ਸ਼ੋਅ 'ਚ ਗੱਲ ਕਰਨ ਜਾ ਰਹੇ ਹਾਂ ਮੌਰਗੇਜ ਟਾਕ। ਮੌਰਗੇਜ ਦੀ ਕਾਫੀ ਇਨਕੁਆਇਰੀਜ਼ ਹੈ ਕਿ ਮੌਰਗੇਜ ਇਜ਼ ਦਿਸ ਦ ਰਾਈਟ ਟਾਈਮ ਟੂ ਬਾਈ ਟੂ ਸੈਲ। ਜਿਹੜਾ ਸਿਨੈਰੀਓ ਹੈ ਬੈਂਕ ਆਫ ਕੈਨੇਡਾ ਦੀ ਤਰਫ ਤੋਂ ਜਿਹੜੇ 11-12 ਵਾਰ ਰੇਟ ਵਧਾਏ ਗਏ, ਸੋ ਜਿਹੜੇ ਬੋਰੋਅਰ ਹੈ ਉਹਨਾਂ ਦਾ ਕੀ ਮੈਸੇਜ ਹੈ, ਕਿਉਂਕਿ ਉਹ ਬੜਾ ਕਨਫਿਊਜ਼ਡ ਹੈ ਜਿਹਨੇ ਮੌਰਗੇਜ ਲੈਣੀ ਹੈ ਜਿਹੜਾ ਬੋਰੋਅਰ ਹੈ। ਸੋ ਮਾਰਕੀਟ ਸਿਨੈਰੀਓ ਦਾ ਕੀ ਟ੍ਰੈਂਡ ਚੱਲ ਰਿਹਾ ਹੈ ਔਰ ਜਿਹੜੀ ਮਾਰਕੀਟ ਦੀ ਕੰਡੀਸ਼ਨ ਹੈ ਕਿੱਧਰ ਨੂੰ ਜਾ ਰਹੀ ਹੈ, ਇਜ਼ ਦੈਟ ਦ ਰਾਈਟ ਟਾਈਮ ਟੂ ਬਾਈ ਔਰ ਸੈਲ। ਸੋ ਸਾਡੇ ਨਾਲ ਮੌਰਗੇਜ ਬ੍ਰੋਕਰ ਲਖਵੀਰ ਲਾਲ ਮੌਜੂਦ ਹੈ ਸ਼ੋਅ 'ਚ, ਉਹਨਾਂ ਨਾਲ ਗੱਲਬਾਤ ਕਰਾਂਗੇ ਟਿਪਸ ਕੀ ਹੈ ਬੋਰੋਅਰ ਲਈ ਔਰ ਲੈਂਡਰਸ ਕਿੱਦਾਂ ਕੰਮ ਕਰਦੇ ਆ ਔਰ ਉਹ ਕਿਹੜੇ ਲੈਂਡਰਸ ਦੇ ਨਾਲ ਕੰਮ ਕਰਦੇ ਆ। ਲਖਵੀਰ ਜੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਨਿਤਨ ਭਾਜੀ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਪ੍ਰਾਈਮ ਏਸ਼ੀਆ ਲਿਸਨਰਸ। ਲਖਵੀਰ ਜੀ, ਸਭ ਤੋਂ ਪਹਿਲੇ ਤੁਸੀਂ ਕਿਹੜੀ ਮੌਰਗੇਜ ਦੀ ਸਰਵਿਸਿਜ਼ ਦਿੰਦੇ ਹੋ? ਤੁਸੀਂ ਆਪਣੇ ਬਾਰੇ, ਕਿਉਂਕਿ ਫਸਟ ਟਾਈਮ ਸਾਡੀ ਇੰਟਰੈਕਸ਼ਨ ਹੈ, ਤੇ ਤੁਸੀਂ ਆਪਣੇ ਬਾਰੇ ਅਗਰ ਸਾਨੂੰ ਥੋੜ੍ਹਾ ਜਿਹਾ ਡਿਟੇਲ ਦੱਸੋ। ਹਾਂਜੀ ਜੀ, ਮੇਰਾ ਨਾਮ ਹੈਗਾ ਜੀ ਲਖਵੀਰ ਲਾਲ, ਐਮ ਅ ਮੌਰਗੇਜ ਬ੍ਰੋਕਰ। ਅਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਫਾਰਮ, ਐਗਰੀਕਲਚਰ ਦੇ ਵਿੱਚ ਡੀਲ ਕਰਦੇ ਹਾਂ। ਈਦਰ ਯੂ ਵਾਂਟ ਫਸਟ ਮੌਰਗੇਜ, ਸੈਕੰਡ ਮੌਰਗੇਜ ਔਰ ਅ ਥਰਡ ਮੌਰਗੇਜ, ਐਂਡ ਇਫ ਯੂ ਵਾਂਟ ਦ ਐਕੁਇਟੀ ਆਊਟ ਫਰਮ ਯਰ ਪ੍ਰੋਪਰਟੀ ਐਜ਼ ਵੈਲ, ਵੀ ਹੈਲਪ ਯੂ ਵਿਦ ਦੈਟ ਐਜ਼ ਵੈਲ। ਸੋ ਮਾਰਕੀਟ ਸਿਨੈਰੀਓ ਦੇ ਬਾਰੇ ਕੀ ਕਹੋਗੇ? ਤੁਸੀਂ ਐਕਸਪਰਟ ਹੋ ਮੌਰਗੇਜ ਦੇ, ਤੁਸੀਂ ਐਡਵਾਈਸ ਦਿੰਦੇ ਹੋ ਮੌਰਗੇਜ ਦੀ। ਸਿਨੈਰੀਓ ਕੀ ਚੱਲ ਰਿਹਾ ਇਸ ਟਾਈਮ ਕੈਨੇਡਾ ਦੇ ਅੰਦਰ? ਇਸ ਟਾਈਮ ਨਿਤਨ ਭਾਜੀ ਸਿਨੈਰੀਓ ਮੌਰਗੇਜ ਦਾ ਬੜਾ ਬ੍ਰਾਈਟ ਨਹੀਂ ਹੈਗਾ ਐਜ਼, ਕਿਉਂਕਿ ਇੰਟਰਸਟ ਰੇਟ ਇਜ਼ ਵੈਰੀ ਹਾਈ, ਤੇ ਉਹ ਇੰਟਰਸਟ ਹਾਈ ਹੋਣ ਕਰਕੇ ਕੁਆਲੀਫਿਕੇਸ਼ਨ ਬਹੁਤ ਡਾਊਨ ਆ। ਸੋ ਉਹ ਕੁਆਲੀਫਿਕੇਸ਼ਨ ਕਰਕੇ, ਕਿਉਂਕਿ ਜਦੋਂ ਬਹੁਤ ਕ੍ਰਿਟੀਕਲ ਸਮਾਂ ਚੱਲ ਰਿਹਾ ਸੀ, ਐਵਰੀਬਡੀ ਜੰਪਸ ਇਨਟੂ ਦ ਮਾਰਕੀਟ। ਜਦੋਂ ਸਾਰੇ ਜਾਣੇ ਮਾਰਕੀਟ ਦੇ ਵਿੱਚ ਜੰਪ ਕੀਤੇ ਬਿਨਾਂ ਸੋਚੇ ਸਮਝੇ, ਤੇ ਹੁਣ ਜਦੋਂ ਉਹ ਮੌਰਗੇਜ ਕਲੋਜ਼ ਹੋ ਰਹੀਆਂ ਨੇ ਜਾਂ ਕਿਸੇ ਦੀਆਂ ਰਿਨਿਊਵਲਸ ਆ ਰਹੀਆਂ ਨੇਗੀਆਂ ਜਾਂ ਕਿਸੇ ਨੇ ਸਿਰਫ ਸੋਲੂਸ਼ਨ ਲਿਆ ਸੀ ਫॉर 2 ਮੰਥਸ, 3 ਮੰਥਸ, 6 ਮੰਥ ਔਰ ਈਅਰ, ਤੇ ਜੀ ਉਹਨਾਂ ਨੂੰ ਇਸ ਟਾਈਮ ਬਹੁਤ ਜ਼ਿਆਦਾ ਟਰਬਲ ਆ ਰਹੀ ਹੈ ਕੁਆਲੀਫਿਕੇਸ਼ਨ ਤੇ ਸਪੈਸ਼ਲੀ ਆ ਰਿਹਾ ਜੀ, ਕਿਉਂਕਿ ਜਿੰਨੀ LTV ਉਹਨਾਂ ਨੂੰ ਚਾਹੀਦੀ ਹੈ ਵਿਚ ਇਜ਼ ਲੋਨ ਟੂ ਵੈਲਿਊ, ਉਹ ਉਹਨਾਂ ਨੂੰ ਉਨੀ ਮਿਲ ਨਹੀਂ ਰਹੀ ਹੈਗੀ। ਸੋ ਦੇ ਨੀਡ ਟੂ ਪੁੱਟ ਮੋਰ ਮਨੀ ਫਰਮ ਦੇਅਰ ਪਾਕਟ। ਕਾਫੀ ਲੋਕਾਂ ਦੀ ਕਲੋਜ਼ਿੰਗ ਜਿਹੜੀ ਹੈ ਬੜੀ ਕੋਲ ਹੈ, ਕਿਸੇ ਦੀ ਜਨਵਰੀ 'ਚ ਕਲੋਜ਼ਿੰਗ ਆ ਰਹੀ ਹੈ, ਨੈਕਸਟ ਈਅਰ ਕਾਫੀ ਕਲੋਜ਼ਿੰਗਸ ਹੈ, ਲੋਕਾਂ ਦੀ ਮੌਰਗੇਜ ਰਿਨਿਊਅਲਸ ਕਾਫੀ ਕਮਿੰਗ ਅਪ ਹੈਗੀਆਂ। ਹਾਂਜੀ। ਸੋ ਕੀ ਕਰਨ ਲੋਕ? ਇੱਦਾਂ ਲੱਗਦਾ ਕਿ ਕਿਉਂਕਿ ਮੇਨ ਸਟ੍ਰੀਮ ਮੀਡੀਆ 'ਚ ਵੀ ਖਬਰ ਆਈ ਸੀ $3 ਲੱਖ ਤੱਕ ਐਡਵਾਂਸ ਡਿਪੋਜ਼ਿਟ ਦਿੱਤਾ ਹੋਇਆ, ਉਹ ਵੀ ਮਰ ਸਕਦਾ ਬਿਕੋਜ਼ ਇੰਟਰਸਟ ਰੇਟ all of a sudden ਇੰਨੇ ਹਾਈ ਹੋ ਗਏ। ਹਾਂਜੀ। ਸੋ ਕੀ ਉਹਨਾਂ ਲਈ ਸੋਲੂਸ਼ਨ ਹੈ? ਜਸਟ ਲੀਵ ਯੋਰ ਮਨੀ ਔਰ what should they do? ਦੇਖੋ ਜੀ, ਪਹਿਲਾਂ ਤਾਂ ਇਹ ਆ ਵੀ ਕਲੋਜ਼ਿੰਗਸ ਤਾਂ ਚਲੋ ਜਿਹੜੀਆਂ ਆਉਣੀਆਂ ਨੇਗੀਆਂ ਉਹ ਡੇ ਬਾਏ ਡੇ ਆ ਹੀ ਰਹੀਆਂ ਨੇ। ਕਿਸੇ ਦੀਆਂ ਸ਼ਾਇਦ ਕੱਲ੍ਹ ਵੀ ਕਿਸੇ ਦੀ ਕਲੋਜ਼ਿੰਗ, ਅੱਜ ਵੀ ਕਿਸੇ ਦੀਆਂ ਕਲੋਜ਼ਿੰਗਸ ਨੇ। ਜਿਹੜਾ ਮੇਜਰ ਕੁਐਸਚਨ ਆ ਰਿਹਾ ਜੀ ਉਹ ਇਸ ਟਾਈਮ ਆ ਰਿਹਾ ਰਿਨਿਊਵਲਸ ਦਾ। ਠੀਕ ਹੈ ਜੀ, ਕਿਉਂਕਿ ਐਟਲੀਸਟ ਜਿਹੜੇ ਰਿਨਿਊਵਲਸ ਆ ਰਹੀਆਂ ਨੇ, ਕਹਿ ਲਓ ਵੀ ਮੇਰੇ ਕੋਲ ਐਗਜ਼ੈਕਟ ਨੰਬਰ ਨਹੀਂ ਹੈਗੇ, ਬਟ 2024 ਤੋਂ ਲੈ ਕੇ 2026 'ਚ 60% ਉਹ ਰਿਨਿਊਵਲ ਆ ਰਹੀਆਂ ਨੇਗੀਆਂ ਜਿਨ੍ਹਾਂ ਦੀ ਐਟਲੀਸਟ ਮੌਰਗੇਜ ਸਟੇਟਮੈਂਟ ਐਜ਼ ਆਫ ਟੂਡੇ ਦੇ ਨਾਲੋਂ 30 ਤੋਂ 35% ਵੱਧ ਜਾਣੀ ਆ। ਅੱਛਾ, ਠੀਕ ਹੈ ਜੀ। ਹੁਣ ਅਗਰ ਤੁਸੀਂ ਸੁਣਿਆ ਹੋਵੇ ਨੈਗੇਟਿਵ ਅਮਾਊਂਟਾਈਜੇਸ਼ਨ, ਅਗਰ ਤੁਸੀਂ ਸੁਣਿਆ ਹੋਵੇ ਟ੍ਰਿਗਰ ਪੁਆਇੰਟ ਹਿੱਟ ਹੋ ਗਿਆ, ਸੋ ਮੈਂ ਐਕਸਪਲੇਨ ਕਰਨਾ ਚਾਹੁੰਦੀ ਹਾਂ ਵੀ ਉਹ ਚੀਜ਼ ਹੈ ਕੀ। ਉਹ ਚੀਜ਼ ਇਹ ਆ ਕਿ ਜਦੋਂ ਤੁਸੀਂ ਮੌਰਗੇਜ ਲਈ ਸੀ, ਯੂ ਗਾਟ ਇਟ ਫॉर 3 ਈਅਰ ਅਮਾਊਂਟਾਈਜੇਸ਼ਨ, ਠੀਕ ਹੈ ਜੀ।
ਹੁਣ ਉਹ ਮੌਰਗੇਜ ਦੀ ਪੇਮੈਂਟ ਇੰਟਰਸਟ ਕਰਕੇ ਵੇਰੀਏਬਲ ਕਰਕੇ ਉੱਪਰ ਵੱਧ ਗਈ ਜਾਂ ਕਿਉਂਕਿ ਦੋ ਤਰ੍ਹਾਂ ਦੇ ਵੇਰੀਏਬਲਸ ਹੁੰਦੇ ਆ ਜੀ, ਐਡਜਸਟੇਬਲ ਵੇਰੀਏਬਲ ਐਂਡ ਸਟੈਟਿਕ ਵੇਰੀਏਬਲ। ਤੇ ਉਹ ਜਦੋਂ ਮੌਰਗੇਜ ਦੀ ਅਮਾਊਂਟ ਵੱਧ ਗਈ ਤਾਂ ਬੈਂਕ ਨੇ ਹੁਣ ਇਹ ਤਾਂ ਕਹਿਣਾ ਨਹੀਂ ਵੀ ਨਹੀਂ ਜੀ ਅਸੀਂ ਹੁਣ ਤੁਹਾਡਾ ਇਨ ਬਿਟਵੀਨ ਕੰਟਰੈਕਟ ਤੋੜਨ ਲੱਗੇ ਹਾਂ ਤੇ ਤੁਸੀਂ ਸਾਨੂੰ ਸਾਡੀ ਮਨੀ ਵਾਪਸ ਕਰ ਦਿਓ, ਨੋ। ਸੋ ਉਹ ਕੀ ਹੋਇਆ ਜੀ, ਜਿਹੜੀ ਉਹਨਾਂ ਦੀ ਅਮਾਊਂਟਾਈਜੇਸ਼ਨ ਆ ਉਹ ਵੱਧ ਗਈ, 30 ਤੋਂ ਕਿਸੇ ਦੀ 60 ਵੀ ਹੋ ਗਈ, ਕਿਸੇ ਦੀ 90 ਸਾਲ ਵੀ ਹੋ ਗਈ। ਸੋ ਉਹ ਚੀਜ਼ ਜੀ ਉਹਨਾਂ ਨੇ ਹੁਣ ਨਹੀਂ ਬੋਰੋਵਰ ਨੂੰ ਬੋਦਰ ਕਰਨਾ, ਪਰ ਜਦੋਂ ਟਾਈਮ ਆਫ ਰਿਨਿਊਵਲ ਆਉਣਾ ਜੀ, ਰਿਨਿਊਵਲ ਤਾਂ ਉਹਨਾਂ ਨੇ ਓਨੀ ਅਮਾਊਂਟਾਈਜੇਸ਼ਨ ਤੇ ਕਰਨੀ ਹੈ ਨਾ ਜਿੰਨੀ ਅਮਾਊਂਟਾਈਜੇਸ਼ਨ ਉਹਨਾਂ ਦੀ ਐਜ਼ ਰੈਗੂਲੇਸ਼ਨਸ ਹੈਗੀ ਆ। ਤੇ ਫਿਰ ਉਦੋਂ ਉਹਨਾਂ ਦੇ ਕੋਲ ਆਪਸ਼ਨਸ ਕੀ ਹੋਣੀਆਂ ਨੇਗੀਆਂ, 2-3 ਆਪਸ਼ਨਸ ਹੀ ਹੋਣੀਆਂ, ਜਾਂ ਤਾਂ ਬੈਂਕ ਨੇ ਕਹਿਣਾ ਜੀ ਲਮਸਮ ਮਨੀ ਕਰੋ ਪ੍ਰਿੰਸੀਪਲ 'ਚ, ਵਿਚ ਇਜ਼ ਹਜ਼ਾਰਾਂ 'ਚ ਹੋ ਜਾਣੀਆਂ, ਮੇਬੀ 30-40,000, ਮੇਬੀ 50,000, ਜਾਂ ਫਿਰ ਉਹਨਾਂ ਨੇ ਕਹਿਣਾ ਜੀ ਪੇਮੈਂਟ ਇਨਕਰੀਜ਼ ਕਰੋ। ਹੁਣ ਪੇਮੈਂਟ ਜਿਹਦੀ ਆਲਰੇਡੀ 6,000 ਆ ਤੇ ਉਹ ਪੇਮੈਂਟ ਕੱਲ੍ਹ ਨੂੰ 9,000 8,000 ਕਿੱਥੋਂ ਪੇਮੈਂਟ ਦਊਗਾ ਜੀ। ਤੇ ਜਾਂ ਉਹਨਾਂ ਦੇ ਕੋਲ ਥਰਡ ਆਪਸ਼ਨ ਹੈ ਵੀ ਉਹਨਾਂ ਦਾ ਘਰ ਜਾਊਗਾ। ਲਖਵੀਰ ਜੀ, ਕਿੰਨੇ ਲੈਂਡਰਸ ਦੇ ਨਾਲ ਤੁਸੀਂ ਕੰਮ ਕਰਦੇ ਹੋ? ਅਸੀਂ ਜੀ 50+ ਲੈਂਡਰਸ ਦੇ ਨਾਲ ਕੰਮ ਕਰਦੇ ਹਾਂ, ਜਿਹਦੇ ਵਿੱਚ ਪ੍ਰਾਈਮ ਲੈਂਡਰਸ ਵੀ ਆ ਜਾਂਦੇ ਆ, ਜਿਹਦੇ ਵਿੱਚ ਅਲਟਰਨੇਟਿਵ ਲੈਂਡਰਸ ਵੀ ਆ ਜਾਂਦੇ ਆ, ਤੇ ਜਿਹਦੇ ਵਿੱਚ ਮਿਕ ਕਾਰਪੋਰੇਸ਼ਨਸ ਵੀ ਆ ਜਾਂਦੀਆਂ ਨੇ। ਸੋ ਬੇਸਿਕਲੀ ਅਗਰ ਐਜ਼ ਅ ਬੋਰੋਵਰ ਮੈਂ ਸਮਝਾਉਣਾ ਚਾਹੁੰਦੀ ਹਾਂ ਕਿ ਪਹਿਲਾਂ ਇਹ ਸਮਝਣਾ ਚਾਹੀਦਾ ਵੀ ਲੈਂਡਰ ਹੈ ਕਿੰਨੇ ਤਰ੍ਹਾਂ ਦੇ ਨੇ। ਬਿਲਕੁਲ। ਸੋ ਦੇਅਰ ਇਜ਼ ਅ A ਲੈਂਡਰ, B ਲੈਂਡਰ ਐਂਡ C ਲੈਂਡਰਸ। ਠੀਕ ਹੈ। ਸੋ A ਲੈਂਡਰ ਵਰਕ ਕਰਦੇ ਆ ਵੈਨ ਯਰ ਐਵਰੀਥਿੰਗ ਇਜ਼ ਗੁੱਡ, ਲਾਈਕ CIDL। Okay. C is credit, I is income, D is down payment, and now there is another factor involved which is called L is location. Location of? Location of the property. ਹੁਣ ਕਈਆਂ ਨੇ ਅਗਰ ਤੁਸੀਂ ਸੁਣਿਆ ਹੋਵੇ ਆਊਟ ਆਫ GTA ਜਾ ਕੇ ਪ੍ਰੋਪਰਟੀਜ਼ ਲਈਆਂ ਨੇਗੀਆਂ, ਉਹਨਾਂ ਨੂੰ ਇਹ ਲੱਗਦਾ ਠੀਕ ਹੈ ਜੀ ਮੇਰੇ ਕੋਲ 20% ਹੈਗਾ, ਆਈ ਕੈਨ ਗੈਟ ਦੈਟ ਪ੍ਰੋਪਰਟੀ ਕਲੋਜ਼, ਬਟ ਇਹ ਜ਼ਰੂਰੀ ਨਹੀਂ ਹੈਗਾ ਜੀ ਉਹ ਪ੍ਰੋਪਰਟੀ 20% ਨਾਲ ਕਲੋਜ਼ ਹੋਣੀ ਆ। ਅਗਰ ਉੱਥੇ ਪੋਪੂਲੇਸ਼ਨ ਅਕੋਰਡਿੰਗ ਟੂ ਦ ਲੈਂਡਰ ਰਿਕੁਆਇਰਮੈਂਟ ਨਹੀਂ ਹੈਗੀ, ਦੈਨ ਲੈਂਡਰ ਵਿਲ ਨਾਟ ਲੈਂਡ ਯੂ 80%। ਸੋ ਤੁਹਾਨੂੰ ਹੋਰ ਮੌਰਗੇਜ ਦੀ ਲਈ ਲੈ ਕੇ ਆਉਣਾ। ਔਨ ਦਾ ਟੌਪ ਜੇ ਉਹਦੇ ਵਿੱਚ ਅਪਰੇਜ਼ਲ ਘੱਟ ਆ ਗਈ, ਦੈਨ ਦੇਅਰ ਇਜ਼ ਅਨਦਰ ਚੈਲੰਜ। ਸੋ ਆ ਹੈਗਾ A ਲੈਂਡਰ। ਸੋ B ਲੈਂਡਰ 'ਚ ਕਿਹੜੇ ਆ? B ਲੈਂਡਰਸ ਦੇ ਵਿੱਚ ਆ ਜਾਂਦੀਆਂ ਜੀ ਜਦੋਂ ਤੁਹਾਡੀ ਲਿਟਲ ਬਿਟ ਕਿਸੇ ਦਾ ਕ੍ਰੈਡਿਟ ਖਰਾਬ ਆ ਜਾਂ ਕਿਸੇ ਦੀ ਇਨਕਮ ਥੱਲੇ ਆ ਉੱਤੇ ਆ, ਇਹਨਾਂ ਦੇ 'ਚ ਰੇਸ਼ੋਜ਼ ਵਰਕ ਕਰਦੀਆਂ ਨੇਗੀਆਂ, ਠੀਕ ਹੈ ਜੀ। ਰੇਸ਼ੋਜ਼ ਦੇ ਅਕੋਰਡਿੰਗ ਉਹ ਕੁਆਲੀਫਿਕੇਸ਼ਨ ਕਰਦੇ ਆ, ਪਰ ਹਾਂ A ਔਰ B ਲੈਂਡਰ ਦਾ ਜੀ ਇੰਟਰਸਟ ਦਾ ਜ਼ਰੂਰ ਫਰਕ ਆ। ਐਜ਼ ਆਫ ਟੂਡੇ 75 BPS ਤੱਕ ਵੀ ਫਰਕ ਆ, 1% ਤੱਕ ਵੀ ਫਰਕ ਆ। ਹੁਣ ਕਈਆਂ ਨੇ ਬੈਂਕਰਪਸੀਜ਼ ਕੀਤੀਆਂ ਹੋਈਆਂ ਨੇ, ਕਈਆਂ ਨੇ ਕੰਜ਼ਿਊਮਰ ਪ੍ਰਪੋਜ਼ਲਸ ਕੀਤੇ ਹੋਏ ਨੇ, ਹੁਣ ਉਹ A ਲੈਂਡਰ 'ਤੇ ਤਾਂ ਫਿੱਟ ਨਹੀਂ ਹੋਣੇ ਜੀ, ਉਹ ਕਿੱਥੇ ਫਿੱਟ ਹੋਣੇ ਆ, ਉਹ B ਲੈਂਡਰ 'ਤੇ ਫਿੱਟ ਹੋਣੇ ਆ, ਠੀਕ ਹੈ ਜੀ। ਤੇ ਹੁਣ ਜਿਵੇਂ ਆਪਣੇ ਸੈਲਫ ਇੰਪਲੋਇਡ ਕਲਾਇੰਟਸ ਨੇਗੇ, ਸੈਲਫ ਇੰਪਲੋਇਡ ਦੇ ਆਰ ਮੇਕਿੰਗ ਗੁੱਡ ਅਮਾਊਂਟ ਆਫ ਮਨੀ, ਪਰ ਉਹ ਇੰਟਰਸਟ ਦੇ ਟੈਕਸ ਦੇ ਵਿੱਚ ਉਨੀ ਮਨੀ ਕਲੇਮ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਖਰਚੇ ਬਹੁਤ ਨਿਕਲ ਜਾਂਦੇ ਨੇ। ਸੋ B ਲੈਂਡਰ ਇਜ਼ ਮੇਨਲੀ ਮੇਡ ਫॉर ਸੈਲਫ ਇੰਪਲੋਇਡ ਪੀਪਲ। ਠੀਕ ਹੈ ਜੀ, ਕਿਉਂਕਿ ਜਿਹੜੀ ਤੁਸੀਂ ਸੈਲਫ ਇੰਪਲੋਇਡ ਦੀ ਇਨਕਮ ਆ ਤੁਸੀਂ ਪੂਰੀ ਦੀ ਪੂਰੀ ਕਲੇਮ ਕਰ ਸਕਦੇ ਹੋ ਉਹਨਾਂ ਦੇ ਕੋਲ ਜਾ ਕੇ। ਸੋ C ਲੈਂਡਰ ਕਿਹੜੇ? C ਲੈਂਡਰਸ ਆ ਜਾਂਦੀ ਹੈ ਜੀ ਮਿਕ ਕਾਰਪੋਰੇਸ਼ਨਸ। ਸੋ C ਲੈਂਡਰ ਬੇਸਿਕਲੀ ਇਫ ਆਈ ਕੈਨ ਯੂਜ਼ ਦਾ ਵਰਡ ਇਜ਼ ਅ ਸੋਲੂਸ਼ਨ। ਠੀਕ ਹੈ। ਸੋ ਹੁਣ ਤੁਹਾਨੂੰ ਲੱਗਦਾ ਤੁਸੀਂ A ਸਾਈਡ ਤੇ ਨਹੀਂ ਆ ਰਹੇ, ਤੁਸੀਂ B ਸਾਈਡ ਤੇ ਨਹੀਂ ਆ ਰਹੇ, ਪਰ ਪ੍ਰੋਪਰਟੀ ਕਲੋਜ਼ ਕਰਨੀ ਹੈ ਬਿਕਾਜ਼ ਯੂ ਡੋਨਟ ਵਾਂਟ ਟੂ ਗੋ ਇਨਟੂ ਦ ਲਿਟੀਗੇਸ਼ਨ। ਸੋ ਉਹਦੇ 'ਚ ਫਿਰ C ਲੈਂਡਰ ਆਉਂਦਾ ਜੀ। C ਲੈਂਡਰ ਦਾ ਯੈਸ, ਇਫ ਦੇ ਆਰ ਗਿਵਿੰਗ ਯੂ ਸਮਥਿੰਗ they are taking something as well। ਸੋ ਮਤਲਬ ਕਿ C ਲੈਂਡਰ ਜ਼ਿਆਦਾ ਇੰਟਰਸਟ ਚਾਰਜ ਜ਼ਿਆਦਾ ਇੰਟਰਸਟ ਹੁੰਦਾ ਜੀ, ਉਹਨਾਂ ਦੀਆਂ ਫੀਸ ਹੁੰਦੀਆਂ ਨੇ। ਬਟ ਮੈਂ ਫਿਰ ਇਹੀ ਪ੍ਰੈਸ਼ਰ ਪਾਉਣਾ ਚਾਹੁੰਦੀ ਐਜ਼ ਅ ਮਾਰਗੇਜ ਐਕਸਪਰਟ ਇਨ ਦ ਮਾਰਗੇਜ ਇੰਡਸਟਰੀ, ਹਰੇਕ ਲੈਂਡਰ ਦੇ ਕੋਲ ਹਰੇਕ ਤਰ੍ਹਾਂ ਦਾ ਸੋਲੂਸ਼ਨ ਹੈਗਾ ਆ, ਠੀਕ ਹੈ ਜੀ। ਅਗਰ ਐਜ਼ ਅ ਬੋਰੋਵਰ ਤੁਹਾਨੂੰ ਲੱਗਦਾ ਵੀ ਤੁਸੀਂ A ਲੈਂਡਰ ਦੇ ਫਿੱਟ ਨਹੀਂ ਹੋ ਰਹੇ, B ਦੇ ਨਹੀਂ ਹੋ ਰਹੇ, ਸੋ ਇੰਸਟੈਡ ਆਫ ਵੇਸਟਿੰਗ ਦੈਟ ਟਾਈਮ ਵਰਕ ਔਨ ਯੂਰ ਸੋਲੂਸ਼ਨ। C ਲੈਂਡਰਸ ਦੀ ਆਪਸ਼ਨ ਵੀ ਹੁਣ ਤੁਸੀਂ C ਲੈਂਡਰ ਦੇ ਵਿੱਚ ਇਹ ਆ ਜਾਂਦਾ ਜੀ, ਇੱਕ ਲੈਂਡਰ ਹੈਗੇ C ਲੈਂਡਰ 'ਚ ਜਿਹੜੇ ਅਪ ਟੂ 3% ਲੈਂਡਰ ਫੀ ਚਾਰਜ ਕਰਦੇ ਆ, ਬਟ ਸਮ ਲੈਂਡਰਸ ਦੇ ਕੈਨ ਚਾਰਜ 0% ਲੈਂਡਰ ਫੀ ਐਜ਼ ਵੈਲ। ਸੋ ਲਖਵੀਰ ਲਾਲ ਦਾ ਮਾਰਗੇਜ ਬ੍ਰੋਕਰ, ਤੁਸੀਂ ਬੈਂਕਰ ਨਾਲ ਵੀ ਕੰਮ ਕਰਦੇ ਹੋ? ਯੈਸ, ਵੀ ਆਰ ਵਰਕਿੰਗ ਐਜ਼ ਅੰਬ੍ਰੇਲਾ, ਸੋ ਵੀ ਵਰਕ ਵਿਦ A ਲੈਂਡਰਸ, B ਲੈਂਡਰਸ ਐਂਡ C ਲੈਂਡਰਸ ਐਜ਼ ਵੈਲ। ਅਗਰ ਕਿਸੇ ਨੇ ਤੁਹਾਡੇ ਤੋਂ ਕੋਈ ਇਨਕੁਆਇਰੀ ਕਰਨੀ ਹੋਏ, ਬਿਕੋਜ਼ ਮਾਰਗੇਜ ਦੇ ਬੜੇ ਸਵਾਲ ਹੈ, ਸੋ ਵਾਈ ਦੇ ਸ਼ੁੱਡ ਚੂਜ਼ ਲਖਵੀਰ ਲਾਲ ਦਾ ਮਾਰਗੇਜ ਬ੍ਰੋਕਰ? ਦੇਖੋ ਜੀ, ਕਿਉਂਕਿ ਆਮ ਐਕਸਪਰਟ ਇਨ ਇਟ, ਰਾਈਟ, ਤੇ ਮੈਂ ਇਹਦੇ ਵਿੱਚ ਕਾਫੀ ਸਮੇਂ ਦਾ ਤਜਰਬਾ ਰੱਖਦੀ ਹਾਂ। ਤੇ ਇੱਕ ਵਰਡ ਆਪਾਂ ਜਦੋਂ ਕਹਿੰਦੇ ਨਾ ਕਿ ਐਕਸਪੀਰੀਅੰਸ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਬੰਦਾ ਇੰਨੇ ਸਮੇਂ ਤੋਂ ਕੰਮ ਕਰਦਾ। ਐਕਸਪੀਰੀਅੰਸ ਦਾ ਮਤਲਬ ਇਹ ਹੁੰਦਾ ਵੀ ਮਾਈਟ ਵੀ ਡੀਲ ਵਿਦ ਯੂਰ ਕਾਈਂਡ ਆਫ ਸਿਚੁਏਸ਼ਨ। ਹੁਣ ਮੈਂ ਬਹੁਤ ਸਿਚੁਏਸ਼ਨ 'ਚ ਐਵਰੀ ਡੇ ਵੀ ਲਰਨ। ਜੇ ਮੈਂ ਕਹਾਂ ਵੀ ਮੈਂ ਐਕਸਪਰਟ ਬੈਠੀ ਹਾਂ, ਮੈਨੂੰ ਸਭ ਕੁਝ ਪਤਾ, ਆਮ ਨਾਟ ਪਰਫੈਕਟ, ਐਵਰੀ ਡੇ ਵੀ ਲਰਨ। ਤੇ ਫਿਰ ਜਦੋਂ ਕੋਈ ਸਾਡੇ ਕੋਲ ਉਹੇ ਜੀ ਫਾਈਲ ਦੁਬਾਰਾ 'ਚ ਆਉਂਦੀ, ਆਈ ਨੋ, ਆਈ ਰਾਈਟ ਟੂ ਕਲਿੱਕ ਇਨ ਮਾਈ ਮਾਈਂਡ ਵੀ ਨਹੀਂ, ਦੈਟ ਇਜ਼ ਦਿਸ ਕਾਈਂਡ ਆਫ ਸਿਨੈਰੀਓ ਐਂਡ ਦਿਸ ਲੈਂਡਰ ਫਿਟ ਵਿਦ ਦੈਟ। ਮਾਰਕੀਟ 'ਚ ਕਾਫੀ ਤਰ੍ਹਾਂ ਦੇ ਬ੍ਰੋਕਰਸ ਹੈ, ਰੀਅਲ ਸਟੇਟ 'ਚ ਵੀ, ਔਰ ਬਾਅਦ 'ਚ ਜਿਹੜਾ ਕਸਟਮਰ ਹੈ, ਜਿਹੜਾ ਬੋਰੋਅਰ ਹੈ, ਜਿਹੜਾ ਬਾਇਰ ਹੈ, ਉਹਨੂੰ ਲੱਗਦਾ ਕਿ ਮੈਂ ਇਹਨੇ ਆਪਣੀ ਸੇਲ ਕਰਨੀ ਸੀ ਤੇ ਮੈਂ ਫਸ ਗਿਆ। ਸੋ ਤੁਹਾਡੀ ਜਿਹੜੀ ਸਰਵਿਸ ਹੈ, ਤੁਹਾਡਾ ਰਿਕਾਰਡ ਕਿੱਦਾਂ ਦਾ? ਬਿਕੋਜ਼ ਵੀ ਸੇ ਜਦ ਅਸੀਂ ਗੱਲਬਾਤ ਕਿਸੇ ਨਾਲ ਕਰੀਏ, ਦੇ ਸ਼ੁੱਡ ਬੀ ਟੌਪ, ਦੇ ਸ਼ੁੱਡ ਬੀ ਗੁੱਡ ਟੂ ਦ ਪਬਲਿਕ, ਹੌਨੈਸਟ ਜਿਹੜਾ ਇੱਕ ਓਪੀਨੀਅਨ, ਤਾਂ ਕਿ ਜਿਹੜਾ ਬੋਰੋਅਰ ਹੈ ਉਹ ਡਿਸਾਈਡ ਕਰੇ ਮੈਂ ਕੀ ਕਰਨਾ ਹੈ, ਔਰ ਐਡਵਾਈਜ਼ਰ ਜਿਹੜਾ ਹੈ ਹੀ ਸ਼ੁੱਡ ਬੀ ਵੈਲ ਐਕਸਪੀਰੀਅੰਸ ਤੇ ਮੈਂ ਐਡਵਾਈਸ ਸੱਚੀ ਦੇ ਸਕਾਂ। ਯੈਸ, ਦੇਖੋ ਜੀ, ਆਪਾਂ ਕਿਸੇ ਤੇ ਨਿਤਨ ਭਾਜੀ ਇਸ ਟਾਈਮ ਬਲੇਮ ਨਹੀਂ ਕਰ ਸਕਦੇ। ਆਮ ਨਾਟ ਪਿਕਿੰਗ ਰੀਅਲਟਰਸ, ਆਮ ਨਾਟ ਪਿਕਿੰਗ ਮਾਰਗੇਜ ਪਰਸਨਸ, ਐਂਡ ਆਮ ਨਾਟ ਪਿਕਿੰਗ ਐਨੀ ਅਦਰ ਸੈਕਟਰ।
ਕਿਉਂਕਿ ਮੈਂ ਸਿਰਫ ਮੌਰਗੇਜ ਦਾ ਕੰਮ ਕਰਦੀ ਹਾਂ ਤੇ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਪਹਿਲੀ ਗੱਲ ਤਾਂ ਇਹ ਹੈ ਜੀ ਆਈ ਆਲਵੇਜ਼ ਕੰਸਲਟ ਫ੍ਰੀ ਕੰਸਲਟੇਸ਼ਨ ਠੀਕ ਹੈ ਜੀ ਤੁਸੀਂ ਮੇਰੇ ਨਾਲ ਆਓ ਟਾਈਮ ਬਣਾਓ ਸੈੱਟ ਕਰੋ ਆਪਣੀ ਜਿਹੜਾ ਤੁਹਾਡਾ ਲਾਈਫ ਦਾ ਬਹੁਤ ਮੇਜਰ ਡਿਸੀਜ਼ਨ ਆ ਫਾਈਨੈਂਸ਼ੀਅਲ ਦਾ ਬੈਠ ਕੇ ਤੁਸੀਂ ਸੈੱਟ ਕਰੋ ਠੀਕ ਹੈ ਜੀ ਤੇ ਜਿਹੜਾ ਤੁਹਾਡਾ ਫਾਈਨੈਂਸ਼ੀਅਲ ਜਾਂ ਕਹਿ ਲਓ ਵੀ ਘਰ ਬਾਈ ਕਰਨ ਦਾ ਜਿਹੜਾ ਪ੍ਰੋਸੈਸ ਆ ਉਹ ਕਿੱਥੋਂ ਸਟਾਰਟ ਹੋਣਾ ਚਾਹੀਦਾ ਜੀ ਉਹ ਤੁਹਾਡਾ ਸਟਾਰਟ ਹੋਣਾ ਚਾਹੀਦਾ ਟੂ ਸੈੱਟ ਵਿਦ ਅ ਮੌਰਗੇਜ ਪਰਸਨ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਮੇਰੇ ਨਾਲ ਸਿੱਟ ਕਰੋ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਹਾਂ ਐਡਵਾਈਜ਼ਰ ਅੱਛਾ ਮੌਰਗੇਜ ਬ੍ਰੋਕਰ ਅੱਛਾ ਤੁਸੀਂ ਉਹਦੇ ਨਾਲ ਸਿੱਟ ਕਰੋ ਪਹਿਲਾਂ ਤੁਸੀਂ ਆਪਣੇ ਆਪ ਨੂੰ ਐਨਾਲਿਸਿਸ ਕਰੋ ਵੀ ਤੁਸੀਂ ਸਟੈਂਡ ਕਿੱਥੇ ਕਰਦੇ ਆ ਕਿਉਂਕਿ ਦੇਖੋ ਜੀ ਐਜ਼ ਅ ਰਿਅਲਟਰ ਕੋਈ ਵੀ ਬੰਦਾ ਆਫਰ ਪਾ ਕੇ ਸਾਈਡ ਤੇ ਹੋ ਜਾਂਦਾ ਆ ਤੇ ਘਰ ਦੀ ਚਾਬੀ ਕਿਹਨੇ ਦਵਾਣੀ ਆ ਘਰ ਦੀ ਚਾਬੀ ਮੌਰਗੇਜ ਬੰਦੇ ਨੇ ਦਵਾਣੀ ਆ ਠੀਕ ਹੈ ਜੀ ਤੇ ਉਹ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਜੰਪ ਕਰਦੇ ਆ ਤਾਂ ਫੇਰ ਕੀ ਹੁੰਦਾ ਜੀ ਫੇਰ ਤੁਹਾਨੂੰ ਸੋਲੂਸ਼ਨ ਪਿਕ ਕਰਨੇ ਪੈਂਦੇ ਆ ਤੇ ਫਿਰ ਆਪਾਂ ਕਹਿੰਦੇ ਆ ਨਹੀਂ ਜੀ ਰਿਅਲਟਰ ਮਾੜਾ ਸੀ ਨਹੀਂ ਜੀ ਮੌਰਗੇਜ ਪਰਸਨ ਮਾੜਾ ਸੀ ਪਰ ਸ਼ੁਰੂਆਤ ਕਿੱਥੋਂ ਹੋਈ ਸ਼ੁਰੂਆਤ ਐਜ਼ ਅ ਬੋਰੋਅਰ ਐਂਡ ਤੋਂ ਹੋਈ ਕਿਉਂਕਿ ਤੁਸੀਂ ਗਲਤ ਵੇ ਚੂਜ਼ ਕੀਤਾ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਮੌਰਗੇਜ ਦੇ ਸਬਜੈਕਟ ਹੀ ਲੋਕ ਜਾਂਦੇ ਫਾਈਲ ਲੈ ਕੇ ਮੌਰਗੇਜ ਕਰਾ ਲਈ ਜੀ ਡਨ ਅਵੇਅਰਨੈਸ ਚਾਹੀਦੀ ਕਿਉਂਕਿ ਮੌਰਗੇਜ ਦੇ ਵਿੱਚ ਨਿਤਨ ਭਾਜੀ ਚੱਕ ਲੋ ਧਰ ਲੋ ਵਾਲਾ ਕੋਈ ਕੰਮ ਨਹੀਂ ਹੁੰਦਾ ਰਾਈਟ देयर इज नो ਮੈਜਿਕ ਸਟਿਕ I'm gonna say boom boom mortgage is done no ਸਾਨੂੰ ਵੀ ਕੁਆਲੀਫਿਕੇਸ਼ਨ ਦੇ ਬੇਸ ਤੇ ਦੇਖਣਾ ਪੈਂਦਾ ਹੁਣ ਐਗਜ਼ਾਮਪਲ ਲੈ ਲਓ ਵੀ ਜੇ ਬੰਦਾ ਕੋਈ 6.5 ਲਈ ਅਪਰੂਵ ਕਰਦਾ ਚਲੋ ਆਪਾਂ ਨੂੰ ਸਟ੍ਰੈਚ ਕਰਕੇ ਜਾਂ ਕੋਈ ਐਕਸੈਪਸ਼ਨਸ ਲੈ ਕੇ 7 ਤੱਕ ਅਪਰੂਵ ਕਰਾ ਲਾਂਗੇ ਬਟ ਉਹਨੂੰ ਮਿਲੀਅਨ ਤੱਕ ਨਹੀਂ ਅਸੀਂ ਅਪਰੂਵ ਕਰਾ ਸਕਦੇ ਲਖਵੀਰ ਜੀ ਆਹ ਦੇਖਿਆ ਗਿਆ ਕਿ ਬੈਂਕਾਂ ਨੇ ਕਾਫੀ ਬੈਂਕਾਂ ਨੇ ਆਪਾਂ ਨਾਮ ਨਹੀਂ ਲੈਂਦੇ ਉਹਨਾਂ ਨੇ ਐਮੋਰਟਾਈਜੇਸ਼ਨ ਜਿਹੜੀ ਹੈ ਉਹ ਬਿਨਾਂ ਦੱਸੇ ਜਾਂ ਬਾਅਦ ਚ ਲੈਟਰ ਭੇਜਦੀ 35 ਸਾਲ ਤੋਂ ਤੁਹਾਡੀ 70 ਸਾਲ 60 ਸਾਲ 90 ਸਾਲ ਜਿੱਦਾਂ ਤੁਸੀਂ ਕਿਹਾ ਵੀ ਹੈ ਕਿ ਬੈਂਕ ਇੱਦਾਂ ਕਰ ਸਕਦੇ ਆ ਦੇਖੋ ਜੀ ਜਦੋਂ ਆਪਾਂ ਨਾ ਭਾਜੀ ਕਿਸੇ ਨਾਲ ਵੀ ਕੰਟਰੈਕਟ ਸਾਈਨ ਕਰਦੇ ਆ ਐਗਜ਼ਾਮਪਲ ਲੈ ਲਓ ਜੀ ਆਪਾਂ ਕੋਈ ਕਾਰ ਦੀ ਇੰਸ਼ੋਰੈਂਸ ਲੈਂਦੇ ਆ ਕਾਰ ਦੀ ਇੰਸ਼ੋਰੈਂਸ ਦਾ ਪੂਰਾ ਕੰਟਰੈਕਟ ਹੁੰਦਾ ਕੀ ਐਜ਼ ਅ ਕਲਾਇੰਟ ਉਹ ਕੰਟਰੈਕਟ ਪੂਰਾ ਪੜ੍ਹਿਆ ਜਾਂਦਾ ਨਹੀਂ ਉਹ ਨਹੀਂ ਪੜ੍ਹਿਆ ਜਾਂਦਾ ਉਹ ਕਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਕਿਸੇ ਦਾ ਖੁਦਾ ਨਾ ਖਾਸਤਾ ਕਿਸੇ ਦਾ ਇਨਸੀਡੈਂਸ ਹੋ ਜਾਂਦਾ ਹੈ ਰਾਈਟ ਤੇ ਫਿਰ ਉਦੋਂ ਪਤਾ ਲੱਗਦਾ ਵੀ ਸਾਡੇ ਕੰਟਰੈਕਟ 'ਚ ਹੈ ਕੀ ਆ ਐਦਾਂ ਹੀ ਜੀ ਬੈਂਕ ਦੇ ਕੰਟਰੈਕਟਸ ਆ ਬੈਂਕ ਦੇ ਕੰਟਰੈਕਟਸ ਇਜ਼ ਅ ਵੈਰੀ ਲੈਂਥੀ ਕੰਟਰੈਕਟ ਤੇ ਉਹ ਕਦੇ ਵੀ ਪੜ੍ਹੇ ਨਹੀਂ ਜਾਂਦੇ ਜਾਂ ਪੜ੍ਹਾਏ ਨਹੀਂ ਜਾਂਦੇ ਹੈਗੇ ਓਕੇ ਉਹ ਚ ਸਮਾਲ ਲੈਟਰਸ ਲਿਖਿਆ ਹੁੰਦਾ ਕਿ ਕਰ ਸਕਦੇ ਹੋ ਐਜ਼ ਅ ਬੋਰੋਵਰ ਜਦੋਂ ਸਾਡੇ ਕੋਲ ਕੋਈ ਬੋਰੋਵਰ ਆਂਦਾ ਹੈ ਜੀ ਉਹ ਕੀ ਕਾਲ ਕਰਦੇ ਅੱਛਾ ਜੀ ਇੰਟਰਸਟ ਰੇਟ ਕੀ ਦੋਗੇ ਅੱਛਾ ਜੀ ਤੁਸੀਂ ਫੀਸ ਕੀ ਚਾਰਜ ਕਰੋਗੇ ਮੈਂ ਉਹਨੂੰ ਇਹ ਕਹਿੰਦੀ ਨਹੀਂ ਵੀ ਤੁਹਾਡਾ ਇਹ ਕੁਐਸਚਨ ਟੂ ਰੀਚ ਆਊਟ ਟੂ ਐਜ਼ ਅ ਮੌਰਗੇਜ ਪਰਸਨ ਬਹੁਤ ਗਲਤ ਆ ਤੁਹਾਡਾ ਇਹ ਹੋਣਾ ਚਾਹੀਦਾ ਵੀ ਮੇਰਾ ਆਹ ਸਿਨੈਰੀਓ ਆ ਮੇਰੀ ਆਹ ਇਨਕਮ ਆ ਦੱਸੋ ਜੀ ਤੁਹਾਡੇ ਕੋਲ ਆਪਸ਼ਨਸ ਕੀ ਨੇ ਮੇਰੇ ਲਈ ਉੱਥੋਂ ਸਟਾਰਟ ਕਰੋ ਨਾਟ ਜਸਟ ਦਾ ਇੰਟਰਸਟ ਰੇਟ ਤੇ ਫਿਰ ਇਹ ਹੈ ਜੀ ਜਿਹੜੀ ਤੁਸੀਂ ਗੱਲ ਕਹੀ ਉਹਦੇ 'ਚ ਨਾ ਇੱਕ ਕਲੌਜ਼ ਹੁੰਦੇ ਨੇ ਬਹੁਤ ਜ਼ਿਆਦਾ ਵੀ ਇਫ ਯੂਰ ਕ੍ਰੈਡਿਟ ਗੋਜ਼ ਰੋਂਗ ਇਫ ਐਨੀਥਿੰਗ ਗੋਜ਼ ਰੋਂਗ ਅਸੀਂ ਰੀਅਸੈਸ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਜਿਵੇਂ ਆਪਾਂ ਕਿਸੇ ਤੋਂ ਮੌਰਗੇਜ ਲੈ ਲੈਂਦੇ ਹਾਂ ਆਲਵੇਜ਼ ਬੋਰੋਵਰ ਦੀ ਐਂਡ ਤੇ ਐਕਸੈਪਸ਼ਨ ਹੁੰਦੀ ਆ ਵੀ ਰੀਨਿਊਵਲ ਤਾਂ ਹੋਈ ਜਾਣੀ ਆ ਇਹ ਜ਼ਰੂਰੀ ਨਹੀਂ ਹੈਗਾ ਜੀ ਠੀਕ ਹੈ ਰੀਨਿਊਵਲ ਦੇ ਟਾਈਮ ਤੁਹਾਡਾ ਕ੍ਰੈਡਿਟ ਚੈੱਕ ਕੀਤਾ ਜਾ ਸਕਦਾ ਰੀਨਿਊਵਲ ਦੇ ਟਾਈਮ ਤੁਹਾਡਾ ਰਿਲੇਸ਼ਨ ਵਿਦ ਅ ਬੈਂਕ ਉਹ ਚੈੱਕ ਕੀਤਾ ਜਾ ਸਕਦਾ ਬੈਂਕ ਜਾਂ ਕੋਈ ਵੀ ਲੈਂਡਰ ਲਾ ਲਓ ਰੀਨਿਊਵਲ ਦੇ ਟਾਈਮ ਤੁਹਾਡੀ ਅਪਰੇਜ਼ਲ ਵੈਲਿਊ ਚੈੱਕ ਕੀਤੀ ਜਾ ਸਕਦੀ ਹੈ ਹੁਣ ਇਸ ਟਾਈਮ ਜੀ ਅਸੀਂ ਕਈ ਇਹ ਜੀ ਮੌਰਗੇਜਸ ਨਾਲ ਡੀਲ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੇ ਰੀਨਿਊਵਲ ਲਈ ਮਨਾ ਕਰ ਦਿੱਤਾ ਹੈ ਓਕੇ ਸੋ ਉਹਨਾਂ ਲਈ ਆਪਸ਼ਨ ਕੀ ਹੈ ਫਿਰ ਆਪਸ਼ਨ ਇਹ ਹੈ ਜੀ ਜਾਂ ਤਾਂ ਉਹ ਐਕਸਟਰਾ ਉਹਦੇ 'ਚ ਪੇ ਕਰਨਗੇ ਤਾਂ ਕਿ ਜਿਹੜੀ ਉਹਨਾਂ ਦੀ LTV ਉਹ ਅਕੋਰਡਿੰਗ ਟੂ ਦਾ ਲੈਂਡਰ ਬਰਾਬਰ ਆਵੇ ਜੀ ਤੇ ਜਾਂ ਫਿਰ ਜੀ ਉਹਨਾਂ ਨੂੰ ਆਪਣੇ ਘਰ ਤੇ ਗਿਵ ਅਪ ਕਰਨਾ ਪੈਣਾ ਸੈਲ ਕਰਨਾ ਪੈਣਾ ਮਜਬੂਰੀ ਦੇ ਜਿਹੜੇ ਬੋਰੋਵਰਸ ਹੈ ਜਿਨ੍ਹਾਂ ਨੇ ਮੌਰਗੇਜ ਲਿੱਤੀ ਹੋਈ ਹੈ ਜਾਂ ਲੈ ਰਹੇ ਹੈ ਹੁਣ ਉਹਨਾਂ ਦੇ ਸਾਹਮਣੇ ਅੱਜ ਦੀ ਮਾਰਕੀਟ ਸਿਨੈਰੀਓ ਦੇ ਹਿਸਾਬ ਨਾਲ ਕਿਹੜੇ ਚੈਲੰਜਸ ਤੁਹਾਡੇ ਸਾਹਮਣੇ ਆ ਰਹੇ ਹੈ ਕਿ ਸਾਨੂੰ ਵੱਡਾ ਚੈਲੰਜ ਹੈ ਜੀ ਕੁਆਲੀਫਿਕੇਸ਼ਨ ਠੀਕ ਹੈ ਜੀ ਫਿਰ ਅਨਦਰ ਚੈਲੰਜ ਆ ਜਾਂਦਾ ਆ ਕਿ ਜਦੋਂ ਆਪਾਂ ਇੱਕ ਮੋਸਟਲੀ ਸਾਰੇ ਬੋਰੋਜ਼ ਨੂੰ ਕਿਸੇ ਨੂੰ ਨਹੀਂ ਪਤਾ ਹੋਣਾ ਜੀ ਮੈਂ ਬਹੁਤ ਡੀਪਲੀ ਇਹ ਚੀਜ਼ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਹਾਂ ਨੈਵਰ ਐਵਰ ਥਿੰਕ ਵੀ ਤੁਹਾਡੀ 20% ਦੇ ਨਾਲ ਕਲੋਜ਼ਿੰਗ ਹੋ ਜਾਣੀ ਆ ਜਦੋਂ ਤੁਸੀਂ ਕੋਈ ਵੀ ਪ੍ਰਾਪਰਟੀ ਓਵਰ ਮਿਲੀਅਨ ਓਵਰ 1.5 ਲੈਂਦੇ ਆ ਹੁਣ ਤੁਸੀਂ ਦੇਖਿਆ ਹੋਣਾ ਕਈ ਪ੍ਰਾਪਰਟੀਜ਼ ਵਿਕੀਆਂ ਨੇ 1.7 1.9 2 ਮਿਲੀਅਨ ਓਵਰ 2 ਮਿਲੀਅਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ 20% ਦੇ ਨਾਲ ਕਲੋਜ਼ ਹੋ ਜਾਣੀਆਂ ਨੇ ਦੈਟ ਇਜ਼ ਕਾਲਡ ਸਲਾਈਡਿੰਗ ਸਕੇਲ ਮੌਰਗੇਜਸ ਤੇ ਉਹ ਸਲਾਈਡਿੰਗ ਸਕੇਲ ਕਿਵੇਂ ਵਰਕ ਕਰਦੀਆਂ ਨੇ ਕਿ ਫੋਰ ਐਗਜ਼ਾਮਪਲ ਯੂ ਵੈਂਟ ਟੂ ਦਾ ਲੈਂਡਰ ਤੁਸੀਂ ਕੁਆਲੀਫਾਈ ਕਰਦੇ ਹੋ ਦੇਰ ਇਜ਼ ਨਥਿੰਗ ਰੋਂਗ ਕੁਆਲੀਫਿਕੇਸ਼ਨ ਕਰਦੇ ਹੋ ਪਰ ਲੈਂਡਰ ਕਹਿੰਦਾ ਕਿ ਅਪ ਟੂ 1.5 ਆਈ ਕੈਨ ਗਿਵ ਯੂ 20% ਸੋ ਯੂ ਨੀਡ 20% ਡਾਊਨ ਫॉर ਅਪ ਟੂ 1.5 ਜਿਹੜਾ ਉੱਪਰਲਾ ਪੋਰਸ਼ਨ ਆ ਉਹਦਾ ਮੈਨੂੰ 50% ਡਾਊਨ ਚਾਹੀਦਾ ਸੋ 20% ਦੇ ਨਾਲ ਤਾਂ ਕਲੋਜ਼ਿੰਗ ਹੈ ਹੀ ਨਹੀਂ ਜੀ ਠੀਕ ਹੈ ਸੋ ਬੈਂਕ ਆਫ ਕੈਨੇਡਾ ਦੀ ਜਿਹੜੇ ਹੁਣ ਚੱਲ ਰਿਹਾ ਕਿ ਅਗਲੇ ਸਾਲ 2025 ਚ ਫੈਡਰਲ ਦੇ ਇਲੈਕਸ਼ਨਸ ਵੀ ਹੈਗੇ ਆ ਬੈਂਕ ਆਫ ਕੈਨੇਡਾ ਕਹਿ ਰਿਹਾ ਨੈਕਸਟ ਈਅਰ 2024 ਤੱਕ ਹੋ ਸਕਦਾ ਇੰਟਰਸਟ ਰੇਟ ਘਟਾ ਦਈਏ ਹਾਂਜੀ ਸੋ ਇਸ ਟਾਈਮ ਤੁਸੀਂ ਸਾਨੂੰ ਆਹ ਦੱਸੋ ਕਿ ਕਿਸੇ ਨੇ ਮੌਰਗੇਜ ਰਿਨਿਊ ਕਰਾਣੀ ਹੈ ਤਾਂ ਬੈਸਟ ਆਪਸ਼ਨ ਕੀ ਹੈ ਕਿ ਫਿਕਸਡ ਕਰਨ ਵੇਰੀਏਬਲ ਕਰਨ ਕਿ ਕੀ ਕਰਨ ਉਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਬੈਂਕ ਆਫ ਕੈਨੇਡਾ ਦੇ ਜੇ ਆਪਾਂ ਐਜ਼ ਅ ਇਕਨੋਮਿਸਟ ਜਿਹੜੇ ਬੈਠੇ ਨੇ ਜਾਂ ਕਹਿ ਲਓ ਵੀ ਅੱਜ ਕੱਲ੍ਹ ਹਰੇਕ ਕੋਈ ਇਕਨੋਮਿਸਟ ਬਣਿਆ ਹੋਇਆ ਭਾਜੀ ਹਰੇਕ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਬਣਿਆ ਹੋਇਆ ਆ ਹੁਣ ਬੈਂਕ ਆਫ ਕੈਨੇਡਾ ਦੀ ਜੀ ਜਿਹੜੀਆਂ ਸਟੇਟਮੈਂਟਸ ਨੇ ਜੇ ਤੁਸੀਂ ਉਹਨੂੰ ਬਹੁਤ ਧਿਆਨ ਦੇ ਨਾਲ ਸੁਣੋ ਉਹ ਬਹੁਤ ਕਨਫਿਊਜ਼ੇਬਲ ਜਾਂ ਕਹਿ ਲਓ ਇੱਕ ਪੋਲੀਟੀਕਲ ਵਿਊਜ਼ ਵਾਲੀਆਂ ਨੇਗੀਆਂ ਜੀ ਠੀਕ ਹੈ ਜੀ ਤੇ ਹੁਣ ਜੇ ਮੈਂ ਕਹਾਂ ਬੋਰੋ ਨੂੰ ਜੀ ਬੈਂਕ ਆਫ ਕੈਨੇਡਾ ਨੇ ਇਹ ਕਰਨਾ ਉਹ ਕਰਨਾ ਨੋਬਡੀ ਨੋਸ ਤੇ ਜੇ ਹੁਣ ਅੱਜ ਦੀ ਗੱਲ ਦੇ ਵਿੱਚ ਕੀ ਕਹਿੰਦੇ ਜਦੋਂ ਕੋਈ ਬੰਦਾ ਸਾਡੇ ਕੋਲ ਅਪਰੋਚ ਕਰਦਾ ਮੈਂ ਇਹੀ ਕਹਿੰਦੀ ਵੀ ਅੱਜ ਦੀ ਘੜੀ ਦੇ ਵਿੱਚ ਕੀ ਆ ਕਿ ਨੋਬਡੀ ਨੋਜ਼ ਐਨੀਥਿੰਗ ਐਨੀਮੋਰ
ਠੀਕ ਹੈ ਜੀ। ਤੇ ਹੁਣ ਫਿਕਸ ਲੈਣਾ ਚਾਹੀਦਾ, ਵੇਰੀਏਬਲ ਲੈਣਾ ਚਾਹੀਦਾ ਜੀ, ਇਹਦੇ ਵਿੱਚ ਨਾ ਇਟਸ ਵੈਰੀ ਡੀਪ ਟੂ ਫਿਗਰ ਇਟ ਆਊਟ। ਇਹਦੇ 'ਚ ਡਿਪੈਂਡ ਕਰਦਾ ਵੀ ਤੁਹਾਡਾ ਪਲਾਨ ਕੀ ਆ ਉਹ ਪ੍ਰੋਪਰਟੀ ਨੂੰ ਲੈ ਕੇ, ਠੀਕ ਹੈ, ਤੁਹਾਡੀ ਅਫੋਰਡੇਬਿਲਟੀ ਕੀ ਆ ਉਹ ਪ੍ਰੋਪਰਟੀ ਨੂੰ ਲੈ ਕੇ। ਸੋ ਉਹਦੇ ਬੇਸ ਤੇ ਜੀ ਆਪਾਂ ਜੱਜ ਕਰਦੇ ਹਾਂ ਕਿ ਵਟ ਵੀ ਨੀਡ ਟੂ ਡੂ। ਠੀਕ ਹੈ। ਸੋ ਲਖਵੀਰ ਜੀ, ਆਹ ਟਾਈਮ ਕਿਸੇ ਦਾ ਬਾਏ ਕਰਨ ਦਾ ਰਾਈਟ ਟਾਈਮ ਹੈ ਕਿ ਵੇਟ ਕਰਨ ਨੈਕਸਟ ਈਅਰ ਤੱਕ, ਜਦ ਰੇਟ ਦੇਖ ਲੈਣ ਕਿੱਧਰ ਨੂੰ ਜਾ ਰਹੇ ਆ ਤੇ ਫਿਰ ਕਰਨ ਕਿ ਹੋਲਡ ਔਨ ਕਰਨ? ਹਾਂਜੀ ਦੇਖੋ ਜੀ, ਮੈਂ ਐਜ਼ ਅ ਰਿਆਲਟਰ ਤਾਂ ਨਹੀਂ ਹੈਗੀ, ਕਿਉਂਕਿ ਮੈਂ ਰਿਆਲਟਰ ਦੇ ਬੇਸ ਤੇ ਨਹੀਂ ਦੱਸ ਸਕਦੀ ਕਿ ਬਾਏ ਕਰਨੀ ਹੈ। ਹਾਂਜੀ, ਦੇਣੀ ਹੈ ਐਜ਼ ਅ ਬੋਰੋਅਰ। ਬਟ ਜੇ ਮੈਂ ਆਪਣਾ ਓਪੀਨੀਅਨ ਦਵਾਂ ਜੀ ਐਜ਼ ਅ ਮਾਰਗੇਜ ਬ੍ਰੋਕਰ, ਜਸਟ ਮਾਈ ਓਪੀਨੀਅਨ ਫਰਮ ਮਾਈ ਸਾਈਡ, ਉਹ ਇਹ ਆ ਕਿ ਇਟਸ ਅ ਰਾਈਟ ਟਾਈਮ ਟੂ ਬਾਏ। ਰਾਈਟ ਟਾਈਮ ਟੂ ਬਾਏ, ਯੈਸ। ਕਿਉਂਕਿ ਕਹਿੰਦੇ ਆ ਕਿ ਜਦੋਂ ਸਾਰੇ ਜਾਣੇ ਸੈਲ ਕਰਦੇ ਆ ਉਦੋਂ ਤੁਸੀਂ ਬਾਏ ਕਰੋ, ਜਦੋਂ ਸਾਰੇ ਜਾਣੇ ਬਾਏ ਕਰਦੇ ਆ ਤੇ ਉਦੋਂ ਤੁਸੀਂ ਸੈਲ ਕਰੋ, ਇਨ ਸਪਾਈਟ ਆਫ ਦਾ ਹਾਈ ਇੰਟਰਸਟ ਰੇਟ। ਯੈਸ। ਤੇ ਉਹਦੇ ਵਿੱਚ ਇਹ ਹੈ ਕਿਉਂਕਿ ਦੇਖੋ ਜੀ ਇਸ ਟਾਈਮ ਕਿਉਂ ਇੱਕ ਸਾਰੇ ਕਹਿੰਦੇ ਆ ਜੀ ਅਮੀਰ ਬੰਦੇ ਅਮੀਰ ਹੋਈ ਜਾ ਰਹੇ ਆ, ਗਰੀਬ ਬੰਦੇ ਗਰੀਬ ਹੋਈ ਜਾ ਰਹੇ। ਉਹ ਕਿਉਂ ਹੋ ਰਿਹਾ? ਕਿਉਂਕਿ ਅਮੀਰ ਬੰਦੇ ਦੇ ਪਲੇ ਫਰਮ ਦ ਮਾਈਂਡ, ਉਹ ਸਮਾਰਟ ਇਨਵੈਸਟਮੈਂਟ ਕਰਦੇ ਆ। ਤੇ ਉਹ ਸਮਾਰਟ ਇਨਵੈਸਟਮੈਂਟ ਕਿਵੇਂ ਕਰਦੇ ਆ ਕਿ ਜਦੋਂ ਸਾਰੇ ਜਾਣੇ ਮਨੀ ਬਾਹਰ ਕੱਢਦੇ ਆ ਤੇ ਉਦੋਂ ਉਹ ਮਨੀ ਵਿੱਚ ਪਾਉਂਦੇ ਆ। ਸੋ ਤੁਸੀਂ ਕਹਿੰਦੇ ਹੋ ਦਿਸ ਇਜ਼ ਦਾ ਰਾਈਟ ਟਾਈਮ ਟੂ ਬਾਏ। ਰਾਈਟ ਟਾਈਮ ਟੂ ਬਾਏ ਆ ਜੀ। ਨੋਬਡੀ ਇਜ਼ ਬਾਇੰਗ ਸੋ ਯੂ ਸ਼ੁਡ ਬਾਏ। ਯੈਸ। ਤੇ ਬਾਕੀ ਤੁਹਾਡੀ ਅਫੋਰਡੇਬਿਲਟੀ ਦੇਖ ਕੇ ਜੀ, ਕਿਉਂਕਿ ਜੇ ਤੁਸੀਂ ਬਾਏ ਕਰ ਲਓ ਸ਼ਾਇਦ ਤੁਹਾਨੂੰ ਬਹੁਤ ਵਧੀਆ ਅੱਛੀ ਡੀਲ ਮਿਲ ਜੇ, ਕੋਈ ਸਟਕ ਡੀਲ ਮਿਲ ਜਾਵੇ, ਬਟ ਐਟਲੀਸਟ ਤੁਹਾਨੂੰ ਅਫੋਰਡੇਬਿਲਟੀ ਵੀ ਨਾਲ ਦੇਖਣੀ ਪੈਣੀ ਹੈ ਕਿ ਕੀ ਤੁਸੀਂ ਉਹ ਪੇਮੈਂਟ ਅਫੋਰਡ ਕਰ ਸਕਦੇ ਹੋ। ਸੋ ਕਾਫੀ ਲੋਕਾਂ ਨੇ ਆਪਣੀ ਘਰ ਦੀ ਇਕੁਇਟੀ ਚੱਕ ਕੇ ਦੂਜੀ ਪ੍ਰਾਪਰਟੀ, ਤੀਜੀ ਪ੍ਰਾਪਰਟੀ ਅੱਜ ਵੀ ਕਰ ਰਹੇ ਹੈ, ਹੋਲਡ ਔਨ ਹੋਏ ਹੈ, ਲੇਕਿਨ ਫਿਰ ਅੱਜ ਟ੍ਰੈਂਡ ਚੱਲਦਾ। ਸੋ ਕੀ ਉਹ ਰਾਈਟ ਡਿਸੀਜਨ ਹੈ ਕਿ ਘਰ ਦੀ ਇੱਕ ਮੌਰਗੇਜ ਹੋਈ ਨਹੀਂ, ਉਹਨੂੰ ਚੱਕ ਕੇ ਤੇ ਹੋਰ ਲਿੱਤੀਆਂ ਜਾਣ? ਔਰ ਜਿਹੜੇ ਸਫਰ ਕਰ ਰਹੇ ਮੇਰੇ ਖਿਆਲ ਉਹਦੇ ਚ ਮੈਕਸਿਮਮ ਉਹ ਵੀ ਹੈ। ਦੇਖੋ ਜੀ, ਅਗਰ ਤੁਸੀਂ ਐਡ ਸੁਣੋਗੇ ਨਾ ਨਿਤਨ ਭਾਜੀ, ਟਿਕਟੌਕ ਲਾ ਲਓ, ਕੋਈ ਵੀ ਸੋਸ਼ਲ ਮੀਡੀਆ ਲਾ ਲਓ, ਉਹਦੇ 'ਚ ਆਉਂਦਾ ਨਹੀਂ ਜੀ ਤੁਸੀਂ ਆਓ, ਤੁਹਾਨੂੰ ਕੋਲੋਂ ਨਹੀਂ ਕੁਛ ਪਾਉਣਾ ਪੈਣਾ, ਤੁਹਾਨੂੰ ਅਸੀਂ ਫ੍ਰੀ 'ਚ ਪ੍ਰੋਪਰਟੀ ਲੈ ਕੇ ਦੇਵਾਂਗੇ, ਦਿਸ ਐਂਡ ਦੈਟ। ਪਰ ਉਹ ਇਹ ਨਹੀਂ ਸਮਝਦੇ ਵੀ ਜਦੋਂ ਰੀਫਾਈਨੈਂਸ ਕਰਾਉਣਾ ਉਹ ਤੁਹਾਡੀ ਪਾਕਟ 'ਚ ਹੀ ਹੋਣਾ ਨਾ। ਬਿਲਕੁਲ, ਪਾਕਟ ਦੇ ਵਿੱਚੋਂ ਹੀ ਰੀਫਾਈਨੈਂਸ ਹੋਣਾ। ਤੁਸੀਂ ਰੀਫਾਈਨੈਂਸ ਕਰਾ ਕੇ ਅੱਗੇ ਮੌਰਗੇਜ ਕਰਾ ਲੈਂਦੇ ਹੋ, ਰਾਈਟ? ਤੇ ਦੋਨੇ ਪਾਸੇ ਤੁਸੀਂ ਆਪਣੇ ਆਪ ਨੂੰ ਹਾਈ ਲੈਵਰੇਜ ਕਰ ਲਿਆ। ਤੇ ਫਿਰ ਉਦੋਂ ਹੋਣਾ ਕੀ ਆ ਜੀ, ਫਿਰ ਉਦੋਂ ਜਾਂ ਤਾਂ ਤੁਸੀਂ ਟੈਨੈਂਟ ਦੇ ਗਲੇ ਘੁੱਟਨੇ ਆ ਜੀ, ਕਿਉਂਕਿ ਫਿਰ ਕਹਿੰਦੇ ਟੈਨੈਂਟ ਮਾੜੇ ਆ ਜੀ। ਤੇ ਓਬਵੀਅਸਲੀ ਫਿਰ ਉਹ ਜਿਹੜੇ ਟੈਨੈਂਟ ਨੇ ਉਹ ਵੀ ਫਿਰ ਤੁਹਾਨੂੰ ਮਿਸਯੂਜ਼ ਕਰਦੇ ਆ, ਰਾਈਟ? ਉਹ ਕਹਿੰਦੇ ਆ ਜੀ ਕਿਸ਼ਤਾਂ ਤੁਸੀਂ ਸਾਤੋਂ ਦਿੰਦੇ ਆ, ਰਾਈਟ? ਸੋ ਇਟਸ ਲੋਟਸ ਆਫ ਥਿੰਗਸ। ਪਰ ਮੈਂ ਇੱਕੋ ਹੀ ਐਜ਼ ਅ ਮਾਰਗੇਜ ਬ੍ਰੋਕਰ ਐਡਵਾਈਸ ਦੇਣਾ ਚਾਹਾਂਗੀ ਲਿਸਨਰਸ ਨੂੰ ਕਿ ਜਦੋਂ ਵੀ ਤੁਸੀਂ ਕੋਈ ਵੀ ਫਾਈਨੈਂਸ਼ੀਅਲ ਥਿੰਗਸ ਦੇ ਵਿੱਚ ਡਿਸੀਜਨ ਬਣਾਉਣਾ, ਸਪੈਸ਼ਲੀ ਇਨ ਰੀਅਲ ਸਟੇਟ, ਸਿਟ ਵਿਦ ਦ ਮਾਰਗੇਜ ਪਰਸਨ ਫਸਟ। ਠੀਕ ਹੈ। ਤਾਂ ਕਿ ਤੁਹਾਨੂੰ ਇਹ ਪਤਾ ਹੋਵੇ ਦਿਸ ਇਜ਼ ਮਾਈ A ਪਲਾਨ, ਦਿਸ ਇਜ਼ ਮਾਈ B ਪਲਾਨ ਐਂਡ ਦਿਸ ਇਜ਼ ਮਾਈ ਵਰਸਟ ਪਲਾਨ। ਠੀਕ ਹੈ। ਔਰ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਦੇਖ ਕੇ ਕਿ ਕੀ ਮੈਂ ਕਿਸ਼ਤਾਂ ਅਫੋਰਡ ਕਰ ਸਕਾਂਗਾ। ਯੈਸ। ਹੁਣ ਸਾਨੂੰ ਬਹੁਤ ਕਾਲਸ ਆਉਂਦੀਆਂ ਨੇ ਜੀ 5% ਦੀ ਮਾਰਗੇਜ ਹੋ ਜਾਂਦੀ ਹੈ, 10% ਦੀ ਹੋ ਜਾਂਦੀ ਹੈ। ਹਾਂਜੀ ਜੀ, ਹੁੰਦੀ ਹੈ ਮਾਰਗੇਜ। ਸ਼ੇਅਰ ਐਕੁਇਟੀ ਪ੍ਰੋਗਰਾਮਸ ਵੀ ਹੈਗੇ ਆ। ਪਰ ਮੈਂ ਕਲਾਇੰਟ ਨੂੰ ਇਹ ਕਹਿੰਦੀ ਨਹੀਂ ਵੀ A ਪਲਾਨ ਤੁਹਾਡਾ ਇਹ ਆ, ਪਰ ਜੇ A ਪਲਾਨ ਤੁਹਾਡਾ ਨਾ ਸਕਸੈਸਫੁਲ ਹੋਇਆ ਦੈਨ ਦਿਸ ਇਜ਼ ਅ ਵਰਸਟ ਪਲਾਨ। ਆਰ ਯੂ ਏਬਲ ਟੂ ਟੇਕ ਦ ਵਰਸਟ ਪਲਾਨ? ਠੀਕ ਹੈ। ਸੋ ਜੋ ਵੀ ਤੁਸੀਂ ਬਣਾਉਣਾ ਆਪਣੇ ਮਾਈਂਡ ਤੇ ਬਣਾ ਕੇ ਚਲੋ, ਕਿਉਂਕਿ ਐਡ ਆਪਾਂ ਬਹੁਤ ਸੁਣਦੇ ਆਓ ਜੀ 5% ਤੇ ਘਰ ਲੈ ਦਿੰਦੇ ਆ, 10% ਤੇ ਲੈ ਦਿੰਦੇ ਆ। ਇੱਥੇ ਤਾਂ ਭਾਜੀ 20% ਵਾਲੇ ਨਹੀਂ ਕੁਆਲੀਫਾਈ ਕਰ ਰਹੇ ਹੈਗੇ, 10-5% ਨੇ ਕਿੱਥੇ ਕਰਨਾ ਕੁਆਲੀਫਾਈ। ਠੀਕ ਹੈ। ਲਖਵੀਰ ਜੀ, ਤੁਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕਿਸੇ ਨੇ ਗੈਸ ਸਟੇਸ਼ਨ ਲੈਣਾ ਹੋਏ, ਕਿਸੇ ਨੇ ਫਾਰਮਲੈਂਡ ਲੈਣੀ ਹੋਏ, ਸਾਰੇ 'ਚ ਤੁਸੀਂ ਮਾਰਗੇਜ ਲੈ ਕੇ ਦਿੰਦੇ ਹੋ? ਹਾਂਜੀ ਜੀ, ਅਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਫਾਰਮ ਲੈਂਡ ਦੇ ਵਿੱਚ ਕੰਮ ਕਰਦੇ ਹਾਂ। ਤੇ ਤੁਸੀਂ ਆਪਣਾ ਰੀਫਾਈਨੈਂਸ ਕਰਾਉਣਾ ਜਾਂ ਪਰਚੇਜ਼ ਲੈਣਾ ਜਾਂ ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਯੈਸ ਵੀ ਡੀਲ ਵਿਦ ਆਲ ਕਾਈਂਡ ਆਫ ਥਿੰਗਸ। ਤੇ ਤੁਹਾਡਾ ਫਾਈਨਲ ਮੈਸੇਜ ਟੂ ਦ ਬੋਰੋਅਰਸ ਜਿਨ੍ਹਾਂ ਨੇ ਮਾਰਗੇਜ ਰੀਨਿਊ ਕਰਾਣੀ ਹੈ, ਜਿਨ੍ਹਾਂ ਨੇ ਮਾਰਗੇਜ ਲੈਣੀ ਹੈ, ਜਾਂ ਜਿਹੜੇ ਕਨਫਿਊਜ਼ਡ ਹੈ ਕਿ ਅਸੀਂ ਲਈਏ ਨਾ ਲਈਏ, ਨੈਕਸਟ ਈਅਰ ਦੀ ਵੇਟ ਕਰੀਏ, ਉਹਨਾਂ ਲਈ ਸੁਨੇਹਾ ਕੀ ਹੈ? ਉਹਨਾਂ ਲਈ ਇਹੀ ਸੁਨੇਹਾ ਹੈ ਜੀ, ਇੱਕ ਐਕਸਪੀਰੀਅੰਸ ਮਾਰਗੇਜ ਪਰਸਨ ਨਾਲ ਬੈਠੋ। ਮੈਂ ਨਹੀਂ ਕਹਿੰਦੀ ਤੁਸੀਂ ਮੇਰੇ ਨਾਲ ਬੈਠੋ, ਜਿਹਨੂੰ ਵੀ ਤੁਸੀਂ ਕਾਲ ਕਰਦੇ ਹੋ ਉਹਨੂੰ ਬੈਠ ਕੇ ਉਹਦੇ ਨਾਲ ਆਪਣੇ ਆਪ ਨੂੰ ਸੈਲਫ ਐਨਾਲਿਸਿਸ ਕਰੋ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਆ। ਉਹ ਤੋਂ ਬਾਅਦ ਆਪਣਾ ਜਿਹੜਾ ਫਾਈਨਲ ਡਿਸੀਜਨ ਉਹ ਬਣਾਓ ਕਿ ਯੈਸ ਯੂ ਆਰ ਰੈਡੀ ਟੂ ਬਾਏ ਔਰ ਯੂ ਆਰ ਨਾਟ ਰੈਡੀ ਟੂ ਬਾਏ। ਲਖਵੀਰ ਜੀ, ਥੈਂਕ ਯੂ ਵੈਰੀ ਮਚ। ਆਈ ਗੱਲਬਾਤ ਕੀਤੀ ਤੇ ਬਹੁਤ ਅੱਛਾ ਥੈਂਕ ਯੂ ਜੀ, ਥੈਂਕ ਯੂ ਫॉर ਇਨਵਾਈਟਿੰਗ ਮੀ। ਥੈਂਕ ਯੂ। ਸੋ ਆ ਸੀਗੇ ਲਖਵੀਰ ਲਾਲ, ਮਾਰਗੇਜ ਬ੍ਰੋਕਰ। ਤੁਹਾਡਾ ਕੋਈ ਸਵਾਲ ਹੈ ਤੇ ਇਹਨਾਂ ਨੂੰ ਜ਼ਰੂਰ ਲਿਖ ਭੇਜੋ, ਬਿਕੋਜ਼ ਬਾਏ ਕਰਨ ਤੋਂ ਪਹਿਲੇ, ਸੈਲ ਕਰਨ ਤੋਂ ਪਹਿਲੇ, ਜਾਂ ਅਸੀਂ ਕਹੀਏ ਬਾਏ ਕਰਨ ਤੋਂ ਪਹਿਲੇ ਤੁਸੀਂ ਕੋਈ ਵੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਫਿਊਚਰ ਅਗਲੇ ਆਉਣ ਵਾਲੇ 2-3 ਸਾਲਾਂ ਦੀ ਜਿਹੜੀ ਇਵੈਲੂਏਸ਼ਨ ਹੈ ਉਹ ਕਰਨੀ, ਐਡਵਾਈਸ ਲੈਣੀ, ਕਿਉਂਕਿ ਚਾਹੇ ਰੀਅਲ ਸਟੇਟ ਏਜੰਟ ਹੋਏ ਉਹ ਵੀ ਐਡਵਾਈਜ਼ਰ ਹੈ, ਮਾਰਗੇਜ ਬ੍ਰੋਕਰ ਵੀ ਐਡਵਾਈਜ਼ਰ ਹੈ। ਐਡਵਾਈਸ ਲੈ ਕੇ ਆਪਣੇ ਡਿਸੀਜਨ ਸੈਂਸਿਬਲੀ ਲਈਏ ਤਾਂ ਕਿ ਅਸੀਂ ਇੱਦਾਂ ਦੀ ਜਿਹੜੀ ਕ੍ਰਾਈਸਿਸ ਚੱਲਦੀ ਹੈ ਉਹਦੇ 'ਚ ਫਸੀਏ ਨਾ। ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਫਿਰ ਕਿਸੇ ਗੈਸਟ ਨਾਲ ਰੂਬਰੂ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।